ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਸਭ ਤੋਂ ਪਹਿਲਾਂ ਇੱਕ ਅਰਦਾਸ, ਇੱਕ ਬੇਨਤੀ ਵਾਹਿਗੁਰੂ ਅੱਗੇ ਕਿ ਯੂਕਰੇਨ ਦੇ ਵਿੱਚ ਜੋ ਇਸ ਵਕਤ ਹਾਲਾਤ ਨੇ, ਮਹਾਰਾਜ ਕਿਰਪਾ ਕਰਨਾ, ਆਪਦੀ ਨਿਗਾਹ ਦੀ ਠੰਡ ਵਰਸਾਉਣ, ਉੱਥੇ ਰਹਿੰਦੇ ਲੋਕਾਂ ਦਾ ਜੀਵਨ ਨੋਰਮਲ ਹੋਵੇ, ਉੱਥੇ ਜਿਹੜੇ ਫਸੇ ਹੋਏ ਸਾਡੇ ਪੰਜਾਬੀ ਜਾਂ ਕਿਸੇ ਵੀ ਹੋਰ ਮੁਲਕ ਦੇ ਨਿਵਾਸੀ ਸੁੱਖ ਸ਼ਾਂਤੀ ਨਾਲ ਆਪਦੇ ਘਰੇ ਪਹੁੰਚਣ। ਇਹ ਅਰਦਾਸ ਆ ਸਾਡੀ, ਇਹ ਬੇਨਤੀ ਆ ਸਾਡੀ ਵਾਹਿਗੁਰੂ ਅੱਗੇ। ਵਾਹਿਗੁਰੂ ਸਭ ਨੂੰ ਸੁੱਖ ਸ਼ਾਂਤੀ ਬਖਸ਼ੇ, ਸਭ ਦਾ ਜੀਵਨ ਚੰਗਾ ਜੀਵਨ, ਸਭ ਦਾ ਬਿਮਾਰੀ ਰਹਿਤ ਜੀਵਨ ਬਖਸ਼ੇ। ਸੋ ਦੋਸਤੋ, ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਉਹ ਆ ਰਿਜ਼ਲਟਸ ਦੇ ਨਾਲ। ਹੁਣ ਰੈਗੂਲਰ ਰੂਟੀਨ 'ਚ ਜੋ ਵੀ ਲਾਈਵ ਆਇਆ ਕਰੂਗਾ ਨਾ ਦੋਸਤੋ, ਉਹਦਾ ਫੋਕਸ ਮੈਂ ਰਿਜ਼ਲਟਸ 'ਤੇ ਹੀ ਰੱਖਣਾ। ਕਾਰਨ ਕੀ ਆ, ਬੜਾ ਟਾਈਮ ਵੇਟ ਕੀਤੀ, 2 ਸਾਲ ਹੋ ਗਏ ਰਿਜ਼ਲਟਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੌਕਾ ਹੀ ਨਹੀਂ ਮਿਲਦਾ ਸੀ। ਕਦੇ ਇੱਕ ਰਿਜ਼ਲਟ ਆ ਗਿਆ, ਕਦੇ 2 ਆ ਗਏ। ਸੋ ਜੋ ਹੁਣ ਪ੍ਰੋਸੈਸ ਇਸ ਵਕਤ ਉਹ ਬਿਲਕੁਲ ਨੋਰਮਲ ਹੋ ਚੁੱਕਿਆ ਦੋਸਤੋ। ਇਸ ਵਕਤ ਜੇ ਮੈਂ ਗੱਲ ਕਰਾਂ ਪਿਛਲੇ ਲਾਈਵ 21 ਤਰੀਕ ਤੋਂ ਬਾਅਦ ਦੀ, ਪਿਛਲਾ ਲਾਈਵ ਜਿਹੜਾ ਮੈਂ ਕੀਤਾ ਸੀ ਉਹ 21 ਤਰੀਕ ਨੂੰ ਕੀਤਾ ਸੀ, ਅਤੇ ਉਸ ਤੋਂ ਜੇ ਹੁਣ ਬਾਅਦ ਤੱਕ ਦੀ ਗੱਲ ਕਰਾਂ ਤਾਂ 80 ਰਿਜ਼ਲਟਸ ਮੇਰੇ ਕੋਲ ਇਸ ਵਕਤ ਮੇਰੇ ਸਾਹਮਣੇ ਪਏ ਨੇ, ਜਿਨ੍ਹਾਂ ਵਿੱਚ ਸਟੂਡੈਂਟ ਵੀਜ਼ਾ ਦੀਆਂ PPRs ਨੇ, ਓਪਨ ਵਰਕ ਪਰਮਿਟ ਦੀਆਂ PPRs ਨੇ, ਵਿਜ਼ਟਰ ਵੀਜ਼ਾ ਦੀਆਂ PPRs ਨੇ, ਐਂਡ ਮੈਡੀਕਲ ਐਗਜ਼ਾਮੀਨੇਸ਼ਨ ਜਿਹੜਾ ਹਾਈ ਕਮਿਸ਼ਨ ਮੰਗਦਾ ਓਪਨ ਵਰਕ ਪਰਮਿਟਸ ਦੇ ਕੈਂਡੀਡੇਟਸ ਤੋਂ, ਉਹ ਨੇ। ਇਹ 80 ਰਿਜ਼ਲਟ ਪਿਛਲੇ 6-7 ਦਿਨਾਂ ਦੇ ਵਿੱਚ ਹਾਈ ਕਮਿਸ਼ਨ ਨੇ ਸਾਨੂੰ ਭੇਜ ਦਿੱਤੇ। ਜਿਵੇਂ ਮੈਂ ਹਰ ਪਿਛਲੇ ਲਾਈਵ ਦੌਰਾਨ ਮੈਂ ਕਹਿੰਦਾ ਕਿ ਜੇ ਤੁਹਾਡਾ ਕੇਸ ਕੈਨੇਡਾ ਦਾ ਲੱਗਿਆ ਹੋਇਆ ਅਤੇ ਕੈਨੇਡਾ ਦਾ ਕੇਸ ਤੁਹਾਡਾ ਸਹੀ ਤਰੀਕੇ ਨਾਲ ਲੱਗਿਆ ਅਤੇ ਵਾਹਿਗੁਰੂ ਨੇ ਦਾਣਾ ਪਾਣੀ ਕੈਨੇਡਾ ਦਾ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ, ਤਾਂ ਤੁਸੀਂ ਟੈਚੀ ਪੈਕ ਕਰਕੇ ਰੱਖੋ ਆਪਦੇ, ਕਿ ਰਿਜ਼ਲਟਸ ਰੈਗੂਲਰ ਰੂਟੀਨ 'ਚ ਫਾਸਟ ਹੋ ਚੁੱਕੇ ਨੇ ਦੋਸਤੋ। ਸੋ ਆਪਾਂ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਦੀਆਂ PPRs ਦੇ ਉੱਤੇ ਗੱਲ ਕਰਦੇ ਹਾਂ। 21 ਤਰੀਕ ਨੂੰ ਜਿਹੜੀਆਂ PPRs ਆਈਆਂ ਅਤੇ ਹੁਣ ਤੱਕ ਕਿੰਨੀਆਂ PPRs, 10 PPRs ਮੇਰੇ ਕੋਲੇ ਨੇ ਸਟੂਡੈਂਟ ਵੀਜ਼ਾ ਦੀਆਂ। ਇਹਨਾਂ ਵਿੱਚੋਂ ਸਾਰੇ ਦੇ ਸਾਰੇ ਸਟੂਡੈਂਟਸ ਹੀ ਮੇ ਸੈਸ਼ਨ ਵਾਲੇ ਨੇ, ਜਿਨ੍ਹਾਂ ਨੇ ਮੇ ਸੈਸ਼ਨ ਵਿੱਚ ਜਾ ਕੇ ਆਪਦੀਆਂ ਕਲਾਸਿਸ ਸਟਾਰਟ ਕਰਨੀਆਂ ਨੇ। ਪਾਸਪੋਰਟ ਮੰਗ ਲਏ ਨੇ, ਸਟਿੱਕਰ ਪ੍ਰਿੰਟ ਹੋ ਚੁੱਕੇ ਨੇ, ਸਿਰਫ ਅਤੇ ਸਿਰਫ ਪਾਸਪੋਰਟ ਹਾਈ ਕਮਿਸ਼ਨ ਜਾਊਗਾ, ਸਟਿੱਕਰ ਪੇਸਟ ਹੋਊਗਾ, ਵਾਪਸ ਆਊਗਾ ਅਤੇ ਸਟੂਡੈਂਟ ਟਰੈਵਲ ਕਰਨ ਦੇ ਲਈ ਰੈਡੀ ਹੋਊਗਾ। ਸੋ ਸਟਾਰਟ ਕਰਦੇ ਹਾਂ ਹਰਪ੍ਰੀਤ ਸਿੰਘ ਹੁਣਾਂ ਦੇ PPR ਤੋਂ। ਹਰਪ੍ਰੀਤ ਸਿੰਘ ਹੁਣਾਂ ਦੀ PPR 21 ਫਰਵਰੀ ਨੂੰ ਮੇਰੇ ਕੋਲ ਆਈ ਸੀ। ਲੌਜਮੈਂਟ ਡੇਟ ਸੀ ਜੀ 25/11/2021, ਯਾਨੀ ਕਿ ਪਿਛਲੇ ਸਾਲ ਨਵੰਬਰ ਮਹੀਨੇ ਦੀ 25 ਤਰੀਕ ਨੂੰ ਇਹ ਮੈਂ ਫਾਈਲ ਹਾਈ ਕਮਿਸ਼ਨ ਦੇ ਵਿੱਚ ਪ੍ਰੋਸੈਸ ਕੀਤੀ ਸੀ ਮੇ ਸੈਸ਼ਨ ਦੇ ਲਈ, ਅਤੇ ਫਰਵਰੀ 21 ਨੂੰ ਪਾਸਪੋਰਟ ਹਾਈ ਕਮਿਸ਼ਨ ਨੇ ਇਹਨਾਂ ਦਾ ਮੰਗ ਲਿਆ। ਚੈੱਕ ਕਰ ਸਕਦੇ ਹੋ ਤੁਸੀਂ। ਅਗਲੀ ਨਵਦੀਪ ਕੌਰ ਹੁਣਾਂ ਦੀ PPR 22 ਤਰੀਕ ਨੂੰ ਮੇਰੇ ਕੋਲੇ ਪਹੁੰਚੀ ਸੀ, ਐਂਡ ਇਹਨਾਂ ਦੀ ਫਾਈਲ ਲੌਜਮੈਂਟ ਦੇ ਸੀ ਦੋਸਤੋ 14/8/2021। ਸੋ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਕੋਈ ਸੀਕੁਐਂਸ ਨਹੀਂ, ਕੋਈ ਤਰਤੀਬ ਨਹੀਂ, ਬਸ ਹਾਈ ਕਮਿਸ਼ਨ ਨੇ ਸਾਰੇ ਦਾ ਸਾਰਾ ਫੋਕਸ ਇਹ ਕਰਤਾ ਕਿ ਜਿੰਨੀ ਇਨਵੈਂਟਰੀ ਇਕੱਠੀ ਹੋਈ ਆ, ਚਾਹੇ ਉਹ ਕਿਸੇ ਵੀ ਮੰਥ ਦੇ ਵਿੱਚ ਫਾਈਲ ਲੱਗੀ ਸੀ, ਕਿਸੇ ਵੀ ਮੰਥ ਦੇ ਵਿੱਚ ਉਹਦੀ ਲੌਜਮੈਂਟ ਡੇਟ ਆ, ਬਸ ਉਹਨਾਂ ਨੂੰ ਰਿਜ਼ਲਟਸ ਦੇ ਕੇ ਜਲਦੀ ਤੋਂ ਜਲਦੀ ਹਾਈ ਕਮਿਸ਼ਨ ਜਿੰਨਾ ਪੁਰਾਣਾ ਕੇਸ ਇਕੱਠਾ ਹੋਇਆ ਉਹਨੂੰ ਕਲੀਅਰ ਕਰ ਦੇਣ 'ਤੇ ਇਸ ਵਕਤ ਉਹਨਾਂ ਦਾ ਪ੍ਰੋਪਰ ਫੋਕਸ ਆ। 14/8/2021 ਨੂੰ ਮੈਂ ਇਹਨਾਂ ਦੀ ਫਾਈਲ ਲੌਂਚ ਕੀਤੀ ਸੀ, ਐਂਡ ਫਰਵਰੀ 2022 ਨੂੰ ਇਹਨਾਂ ਦੀ ਮੈਨੂੰ ਵੀਜ਼ਾ ਆਫਿਸਰ ਨੇ ਪਾਸਪੋਰਟ ਰਿਕੁਐਸਟ ਭੇਜ ਦਿੱਤੀ ਆ। ਅਗਲੀ ਗੱਲ ਕਰਾਂਗੇ ਸੁਖਮਨ ਕੌਰ ਗਿੱਲ ਦੀ। ਫਰਵਰੀ 21 ਨੂੰ PPR ਮੇਰੇ ਕੋਲ ਆਈ ਹੈ ਦੋਸਤੋ, ਐਂਡ 25/11 ਨਵੰਬਰ 2021 ਨੂੰ ਮੈਂ ਇਹਨਾਂ ਦੀ ਫਾਈਲ ਲੌਂਚ ਕੀਤੀ ਸੀ, ਐਂਡ ਇਹਨਾਂ ਦੀ PPR 21 ਫਰਵਰੀ ਨੂੰ ਮੇਰੇ ਕੋਲ ਆ ਗਈ ਸੀ। ਫਰਵਰੀ 22 ਨੂੰ ਮਿਲਨ ਸਿੰਘ ਸੰਧੂ ਉਹਨਾਂ ਦੀ PPR ਮੇਰੇ ਕੋਲ ਆਈ ਹੈ ਜੀ। ਇਹਨਾਂ ਦੀ ਫਾਈਲ ਲੌਜਮੈਂਟ ਡੇਟ ਆ ਜੀ 18/11/2021। ਰਿਫਿਊਜ਼ਡ ਕੇਸ ਸੀ, ਰੀਅਪਲਾਈ ਕੀਤਾ ਗਿਆ ਸੀ ਇਸ ਕੇਸ ਨੂੰ, ਐਂਡ ਇਹਨਾਂ ਦੀ PPR ਯਾਨੀ ਕਿ ਇਹਨਾਂ ਦਾ ਵੀਜ਼ਾ ਜੋ ਪ੍ਰਿੰਟ ਹੋ ਚੁੱਕਿਆ ਆ, ਸਟੈਂਪਿੰਗ ਲਈ ਪਾਸਪੋਰਟ ਨਹੀਂ, ਡਿਮਾਂਡ ਕਰ ਲਈ ਆ ਹਾਈ ਕਮਿਸ਼ਨ ਨੇ। ਅਗਲੀ ਗੱਲ ਕਰੂੰਗਾ ਦੋਸਤੋ ਪਵਨਦੀਪ ਕੌਰ ਹੁਣਾਂ ਦੀ। ਫਰਵਰੀ 23 ਨੂੰ ਮੇਰੇ ਕੋਲ ਇਹਨਾਂ ਦੀ PPR ਆਈ ਆ। ਫਰਵਰੀ 23 ਨੂੰ PPR ਆਈ ਆ। 27 ਨਵੰਬਰ 2021 ਨੂੰ ਇਹਨਾਂ ਦੀ ਫਾਈਲ ਮੈਂ ਲੌਂਚ ਕੀਤੀ ਸੀ ਦੋਸਤੋ। ਮੇ ਸੈਸ਼ਨ ਲਈ ਸਟੂਡੈਂਟ ਵੀਜ਼ਾ ਪੜ੍ਹਨ ਦੇ ਲਈ ਜਾ ਰਹੇ ਨੇ ਇਹ, ਇਹਨਾਂ ਦਾ ਸਭ ਕੁਝ ਕਲੀਅਰ ਹੋ ਚੁੱਕਿਆ। ਹੁਣ ਬਸ ਇਹਨਾਂ ਨੇ ਪਾਸਪੋਰਟ ਸਟੈਂਪਿੰਗ ਤੋਂ ਬਾਅਦ ਫਲਾਈ ਕਰਨ ਦੇ ਲਈ ਇਹ ਟਿਕਟ ਲੈਣੀ ਆ, ਬਾਕੀ ਸਭ ਕੁਝ ਡਨ ਆ ਜੀ। ਫੈਬਰਵਰੀ 23 ਨੂੰ ਲਵਜੀਤ ਕੌਰ ਦੀ PPR ਮੇਰੇ ਕੋਲ ਆਈ ਆ ਜੀ। ਲਵਜੀਤ ਕੌਰ ਦੀ ਜਿਹੜੀ ਫਾਈਲ ਲੌਜਮੈਂਟ ਡੇਟ ਆ 27 ਨਵੰਬਰ 2021 ਆ ਜੀ, ਐਂਡ
23 ਫਰਵਰੀ ਨੂੰ ਇਹਨਾਂ ਦੀ PPR ਹਾਈ ਕਮਿਸ਼ਨ ਨੇ ਸਾਡੇ ਤੋਂ ਪਾਸਪੋਰਟ ਦੀ ਰਿਕੁਐਸਟ ਕਰ ਲਈ ਸੀ ਕਿ ਇਹਨਾਂ ਦਾ ਪਾਸਪੋਰਟ 2-ਵੇ ਕੋਰੀਅਰ ਸਰਵਿਸ ਦੇ ਰਾਹੀਂ ਹਾਈ ਕਮਿਸ਼ਨ ਨੂੰ ਭੇਜੋ ਤਾਂ ਜੋ ਹਾਈ ਕਮਿਸ਼ਨ ਇਹਨਾਂ ਦਾ ਸਟicker ਪਾਸਪੋਰਟ ਦੇ ਉੱਤੇ ਸਟੈਂਪ ਕਰ ਸਕੇ। ਅਗਲੀ ਗੱਲ ਸੁਖਪ੍ਰੀਤ ਸਿੰਘ ਹੋਣਾ ਦੀ ਹੈ ਜੀ। ਫਰਵਰੀ 24 ਨੂੰ ਇਹਨਾਂ ਦੀ PPR ਹਾਈ ਕਮਿਸ਼ਨ ਨੇ ਸਾਡੇ ਤੋਂ ਮੰਗ ਲਈ ਹੈ ਜੀ, ਯਾਨੀ ਕਿ ਪਾਸਪੋਰਟ ਰਿਕੁਐਸਟ ਸਾਡੇ ਤੋਂ ਕਰ ਲਈ ਹੈ ਜੀ। ਐਂਡ ਇਹਨਾਂ ਦੀ ਜਿਹੜੀ ਫਾਈਲ ਲੌਜਮੈਂਟ ਡੇਟ ਆ ਉਹ 12 ਨਵੰਬਰ 2021 ਆ ਜੀ। ਮੇ ਸੈਸ਼ਨ ਦੇ ਸਟੂਡੈਂਟ ਨੇ ਵੀ ਮੇ ਸੈਸ਼ਨ ਲਈ ਕੈਨੇਡਾ ਪੜ੍ਹਨ ਜਾ ਰਹੇ ਨੇ। ਕਰਨਵੀਰ ਸਿੰਘ ਹੋਣਾ ਫਰਵਰੀ 25 2022 ਕਰਨਵੀਰ ਸਿੰਘ ਹੋਣਾ ਦੀ ਜਿਹੜੀ ਪਾਸਪੋਰਟ ਰਿਕੁਐਸਟ ਆ ਉਹ 25 ਫਰਵਰੀ ਨੂੰ ਸਾਡੇ ਤੋਂ ਹਾਈ ਕਮਿਸ਼ਨ ਨੇ ਪਾਸਪੋਰਟ ਮੰਗਿਆ। 27/11/2021 ਨੂੰ ਇਹ ਕੇਸ ਰੀਅਪਲਾਈ ਕੀਤਾ ਗਿਆ ਸੀ। ਪਹਿਲਾਂ ਰਿਫਿਊਜ਼ਡ ਕੇਸ ਸੀ ਦੋਸਤੋ। ਰਿਫਿਊਜ਼ਡ ਹੋਣ ਤੋਂ ਬਾਅਦ ਇਹ ਕੇਸ ਸਾਡੇ ਕੋਲ ਆਇਆ ਸੀ। ਜੋ ਕੇਸ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਵਿੱਚ ਜੋ ਕਮੀਆਂ ਸੀ, ਜੋ ਲੂਪ ਹੋਲ ਸੀ, ਵਰਕਆਊਟ ਕਰਕੇ ਉਹ ਦੂਰ ਕੀਤੇ ਗਏ। ਪਰਮਾਤਮਾ ਨੇ ਆਪਦੀ ਮਿਹਰ ਦਾ ਹੱਥ ਰੱਖਿਆ। PPR ਇਹਨਾਂ ਦੀ ਆ ਗਈ ਆ, ਯਾਨੀ ਕਿ ਇਹਨਾਂ ਦਾ ਕੇਸ ਕਲੀਅਰ ਹੋ ਚੁੱਕਿਆ। ਪਾਸਪੋਰਟ ਸਟੈਂਪ ਹੋਣ ਤੋਂ ਬਾਅਦ ਹੀ ਇਜ਼ all good to fly. second last ਆ ਜੀ ਰਿਤਿਕ ਗੌਤਮ 24 ਫਰਵਰੀ 24 ਫਰਵਰੀ ਨੂੰ ਸਾਡੇ ਤੋਂ ਇਹਨਾਂ ਦੀ PPR ਹਾਈ ਕਮਿਸ਼ਨ ਨੇ ਡਿਮਾਂਡ ਕਰ ਲਈ ਹੈ ਜੀ। ਪਾਸਪੋਰਟ ਰਿਕੁਐਸਟ ਆ ਗਈ ਹੈ ਜੀ। 9/10/2021 ਨੂੰ ਇਹਨਾਂ ਦੀ ਅਸੀਂ ਫਾਈਲ ਲੌਂਚ ਕੀਤੀ ਸੀ ਰਿਤਿਕ ਕੁਮਾਰ ਦੀ। ਲਾਸਟ ਬਟ ਨਾਟ ਦ ਲੀਸਟ ਦਮਨਪ੍ਰੀਤ ਕੌਰ ਫਰਵਰੀ 24 2022 ਫਾਈਲ ਲੌਜਮੈਂਟ ਡੇਟ 29/11 ਨਵੰਬਰ 2021 ਇਹਨਾਂ ਦੀ ਵੀ PPR ਹਾਈ ਕਮਿਸ਼ਨ ਨੇ ਡਿਮਾਂਡ ਕਰ ਲਈ ਆ। ਸੋ ਦੋਸਤੋ ਇਹ ਤਾਂ ਸੀ ਸਟੂਡੈਂਟ ਵੀਜ਼ਾਸ। ਹੁਣ ਆਪਾਂ ਆ ਗਏ ਜੀ ਓਪਨ ਵਰਕ ਪਰਮਿਟ ਤੇ। ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਦੇ ਨਾਲ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਇੱਕ ਇਹੋ ਜਿਹਾ ਰਿਸ਼ਤਾ ਬਣ ਗਿਆ ਹੁਣ ਕਿ ਸਾਰੇ ਜਾਣਨ ਲੱਗੇ ਨੇ। ਜਿੰਨੇ ਓਪਨ ਵਰਕ ਪਰਮਿਟ ਦੇ ਕੇਸ ਮੇਰੇ ਕੋਲ ਪਹਿਲਾਂ ਇਹ ਜਿਹੇ ਹਾਲਾਤ ਹੁੰਦੇ ਸੀ ਕਿ ਬਹੁਤਿਆਂ ਨੂੰ ਮੈਂ ਜਦੋਂ ਕੈਨੇਡਾ ਜਾਣਾ ਉਦੋਂ ਮਿਲਣਾ ਕਿ ਉਹਨਾਂ ਨੇ ਮੈਨੂੰ ਦੱਸਣਾ ਸਰ ਮੇਰਾ ਵੀ ਕੇਸ ਤੁਹਾਡੇ ਥਰੂ ਲੱਗਿਆ ਸੀ, ਅਸੀਂ ਵੀ ਤੁਹਾਡੇ ਥਰੂ ਆਏ ਹਾਂ। ਚਲੋ ਜਾਣ ਕੇ ਖੁਸ਼ੀ ਹੁੰਦੀ ਸੀ। ਪਰ ਹਾਈ ਕਮਿਸ਼ਨ ਨੇ ਇਸ ਵਕਤ ਆਪਦੇ ਕੋਲੇ ਕੇਸ ਇੰਨਾ ਟਾਈਮ ਹੋਲਡ ਕਰਕੇ ਰੱਖ ਲਏ। ਕੋਵਿਡ ਦੀਆਂ ਜੋ ਗਤੀਵਿਧੀਆਂ, ਕੋਵਿਡ ਕਰਕੇ ਜੋ ਵੀ ਹਿੰਡਰੈਂਸਿਸ, ਜੋ ਵੀ ਰੁਕਾਵਟਾਂ ਆਈਆਂ, ਉਹਦੇ ਕਰਕੇ 1.5 ਸਾਲ ਤਕਰੀਬਨ ਓਪਨ ਵਰਕ ਪਰਮਿਟਸ ਦੇ ਕੈਂਡੀਡੇਟਸ ਨੇ ਵੇਟ ਕੀਤੀ ਆ। ਪਰ ਵੇਟ ਕਰਨ ਤੋਂ ਬਾਅਦ ਜਿਹੜਾ ਫਲ ਮਿਲਿਆ ਉਹਨਾਂ ਨੂੰ, ਉਹ ਸਬਰ ਦਾ ਫਲ ਕਾਫੀ ਮਿੱਠਾ ਆ ਉਹਨਾਂ ਨੂੰ ਵੀ ਤੇ ਸਾਨੂੰ ਵੀ। ਸਾਡੇ ਲਈ ਜ਼ਿਆਦਾ ਹੀ ਮਿੱਠਾ ਕਿਉਂਕਿ ਉਹਨਾਂ ਨੇ ਚਲੋ ਕੈਨੇਡਾ ਜਾਣਾ ਆ। ਸਾਡੇ ਇਹ ਪੈਸੇ ਨੇ, ਸਾਡੇ ਲਈ ਇਹ ਇਨਕਮ ਦਾ ਸਾਧਨ ਆ, ਰੋਜੀ ਰੋਟੀ ਆ। ਐਂਡ ਹਾਈ ਕਮਿਸ਼ਨ ਦਾ ਜੋ ਇਸ ਵਕਤ ਨਜ਼ਰੀਆ ਆ ਕੈਨੇਡੀਅਨ ਹਾਈ ਕਮਿਸ਼ਨ ਦਾ, ਜੋ ਕੇਸ ਉਹਨਾਂ ਕੋਲੇ ਹਾਈ ਕਮਿਸ਼ਨ ਦੇ ਵਿੱਚ ਪਏ ਨੇ, ਇੰਨਾ ਕੁ ਪੋਜ਼ਿਟਿਵ ਨਜ਼ਰੀਆ, ਇੰਨਾ ਕੁ ਕਮਾਲ ਦਾ ਰਿਜ਼ਲਟ ਹਾਈ ਕਮਿਸ਼ਨ ਦੇ ਰਿਹਾ। ਬਸ ਸ਼ਰਤ ਇੱਕੋ ਇੱਕ ਕਿ presentation of your file must be very much accurate। ਧਿਆਨ ਦਿਓ ਆਪਦੀ ਫਾਈਲ ਨੂੰ, ਆਪਦੇ ਪ੍ਰੋਫਾਈਲ ਨੂੰ ਵਾਚਣ ਤੋਂ ਬਾਅਦ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਚੋਣ ਬੜੇ ਹੀ ਸੁਹਿਰਦ ਤਰੀਕੇ ਨਾਲ ਕਰੋ ਤਾਂ ਜੋ ਤੁਹਾਡੇ ਕੇਸ ਦੇ ਵਿੱਚ ਕੋਈ ਰੁਕਾਵਟ ਨਾ ਆਵੇ, ਕੋਈ ਅਨਪ੍ਰੋਡਕਟਿਵ ਟੈਂਸ਼ਨ ਤੁਹਾਡੇ ਦਿਮਾਗ ਤੇ ਨਾ ਜਾਵੇ। ਜੇ ਤੁਸੀਂ ਕਿਸੇ ਨੂੰ ਹਾਇਰ ਕਰ ਲਿਆ ਤਾਂ ਉਹਦੀ ਜ਼ਿੰਮੇਵਾਰੀ ਟੋਟਲ ਹੋਵੇ ਕਿ ਉਹ ਤੁਹਾਨੂੰ ਵੀਜ਼ਾ ਤੱਕ ਲੈ ਕੇ ਜਾਵੇ। ਚਲੋ ਵੀਜ਼ਾ ਫਿਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਕੋਸ਼ਿਸ਼ ਆਪਣੀ ਹਰੇਕ ਦੀ ਵੀਜ਼ਾ ਲਵਾਉਣ ਦੀ ਹੁੰਦੀ ਆ, ਪਰ ਹਾਈ ਕਮਿਸ਼ਨ ਤੋਂ ਬਾਅਦ ਇੱਕ ਵੱਡਾ ਹਾਈ ਕਮਿਸ਼ਨ ਪਰਮਾਤਮਾ ਜਿਨ੍ਹਾਂ ਨੇ ਡਿਸਾਈਡ ਕਰਨਾ ਕਿ ਤੁਸੀਂ ਕਿੱਥੇ ਰਹਿ ਕੇ ਪ੍ਰਸ਼ਾਦੇ ਛਕਣੇ ਨੇ। ਸੋ ਉਸ ਲੜੀ ਦੇ ਤਹਿਤ ਓਪਨ ਵਰਕ ਪਰਮਿਟ ਦੀਆਂ PPRs ਦੀ ਜੇ ਮੈਂ ਗੱਲ ਕਰਾਂ ਤਾਂ ਸਟਾਰਟ ਕਰਨ ਲੱਗਿਆ ਜੀ ਮੈਂ ਗਗਨਦੀਪ ਸਿੰਘ ਹੋਣਾ ਤੋਂ 22 ਫੈਬ 2022 ਨੂੰ ਮੈਨੂੰ ਪਾਸਪੋਰਟ ਰਿਕੁਐਸਟ ਆ ਗਈ ਸੀਗੀ ਇਹਨਾਂ ਦੀ। ਗਗਨਦੀਪ ਸਿੰਘ ਦੀ ਫਾਈਲ ਲੌਜਮੈਂਟ ਡੇਟ ਆ ਦੋਸਤੋ 29 ਜਨਵਰੀ ਪਿਛਲੇ ਸਾਲ ਦੀ, ਯਾਨੀ 2021। 29 ਜਨਵਰੀ 2021 ਨੂੰ ਇਹਨਾਂ ਦੀ ਫਾਈਲ ਲੌਜ ਹੋਈ ਸੀ ਤੇ ਇਸ ਸਾਲ ਫਰਵਰੀ 22 ਨੂੰ PPR ਮੰਗ ਲਈ ਹੈ ਜੀ। ਯਾਨੀ ਕਿ ਇਹਨਾਂ ਦੇ ਕੇਸ ਦੇ ਨਾਲ ਸਭ ਕੁਝ ਗੁੱਡ ਆ, ਮੈਡੀਕਲ ਕਲੀਅਰ ਆ, ਪਾਸਪੋਰਟ ਦੇ ਉੱਤੇ ਸਟicker ਪ੍ਰਿੰਟ ਹੋ ਚੁੱਕਿਆ, ਸਟੈਂਪ ਹੋਣਾ, ਬਸ ਸਟੈਂਪਿੰਗ ਲਈ ਪਾਸਪੋਰਟ ਚਲਿਆ ਜਾਊਗਾ। ਆਲਮੋਸਟ ਭੇਜ ਵੀ ਦਿੱਤਾ ਹੋਊਗਾ ਸ਼ਾਇਦ, ਤੇ ਐਜ਼ ਸੂਨ ਐਜ਼ ਇਹ ਪਾਸਪੋਰਟ ਮਿਲੂਗਾ ਇਹਨਾਂ ਨੂੰ ਆਲ ਗੁੱਡ ਟੂ ਫਲਾਈ, ਇਹ ਕਿਸੇ ਟਾਈਮ ਵੀ ਜਾ ਸਕਦੇ ਨੇ ਕੈਨੇਡਾ। ਫੈਬਰਵਰੀ 21 2022 ਨੂੰ ਜਸਪ੍ਰੀਤ ਸਿੰਘ ਹੋਣਾ ਦੀ PPR ਮੇਰੇ ਤੱਕ ਪਹੁੰਚੀ ਆ ਦੋਸਤੋ। 10 ਫਰਵਰੀ 2021 ਨੂੰ ਇਹਨਾਂ ਦੀ ਫਾਈਲ ਲੌਜਮੈਂਟ ਹੋਈ ਸੀ। 10 ਫਰਵਰੀ 2021 ਨੂੰ ਇਹਨਾਂ ਦੀ ਫਾਈਲ ਲੌਜ ਹੋਈ ਸੀ ਐਂਡ 21 ਫਰਵਰੀ ਨੂੰ ਇਹਨਾਂ ਦੀ ਮੇਰੇ ਕੋਲੋਂ ਪਾਸਪੋਰਟ ਰਿਕੁਐਸਟ ਹਾਈ ਕਮਿਸ਼ਨ ਨੇ ਕਰ ਲਈ ਸੀ। ਫਰਵਰੀ 23 ਨੂੰ ਰੁਪਿੰਦਰ ਸਿੰਘ ਹੋਣਾ ਦੀ ਪਾਸਪੋਰਟ ਰਿਕੁਐਸਟ ਆਈ ਹੈ ਦੋਸਤੋ।
एंड इन्हां दी फाइल लॉजमेंट डेट आ 3 अक्तूबर 2020। पिछले तो पिछले साल 2020 के अक्तूबर के 3 तरीक को मैं इन्हां दी फाइल हाई कमीशन भेजी सी ते PPR आई है फरवरी 23। हुण कई बारी किसी का कारण करके केस का डिले हो जाना, किसी वीज़ा ऑफिसर के कुछ कंसर्नस होंदे ने जिन्ना चਿਰ क्लीयर नहीं होंदे, उन्ना टाइम वो नैक्सट स्टैप पर नहीं पहुँचता, उन्ना चਿਰ वो केस के अगले डिसीजनस पेंडिंग रखता। इस करके कई केस हले 2020 के भी इन प्रोसैस चल रहे हैं, पर आस आ कि सब के वीजे आउणगे, सब नूं खुशी वाली जी खबर आ जल्दी सुनने को मिलूगी। जिथों जिथों भी तुहाडे केस अपलाई होए ने इन टच रहो, उम्मीद की किरण जगाई रखो। 3 अक्तूबर 2020 को फाइल लॉन्च हुई सी दोस्तों, एंड फरवरी 23 को इन्हां दी साडे कोलों PPR हाई कमीशन ने डिमांड कर लिया। फरवरी 25 जनप्रीत सिंह होना दी PPR आ दोस्तों, फाइल लॉजमेंट डेट आ 4 Feb 2021। फरवरी पिछले साल की 2021 की फाइल लॉन्च की सी फरवरी 25 को। 1 साल ते कुछ दिन उत्ते इन्हां दा किहड़ा केस दे उत्ते फाइनल डिसीजन बन चुक्या है, यानी कि इन्हां दा वीज़ा आ चुक्या है। फरवरी 24 जुगराज सिंह होना दी PPR रिक्वेस्ट पासपोर्ट रिक्वेस्ट साडे कोले आ गई है जी। फाइल लॉजमेंट डेट है जी 8 अक्तूबर 2020। 2020 की अक्तूबर महीने की 8 तरीक को इन्हां दी फाइल हाई कमीशन भेजी सी, एंड तकरीबन 1.5 साल इन्हां दे केस नूं वीज़ा तक पहुँचण नूं लग्या। जुगराज सिंह हुणां नूं 24 फरवरी नूं साडे कोले इन्हां दी पासपोर्ट रिक्वेस्ट पहुँच चुकी। फरवरी 24 रुपिंदर सिंह होना दी फाइल लॉजमेंट डेट है जी 11 फरवरी 2021। पिछले साल की 11 फरवरी 2021 को फाइल हाई कमीशन प्रोसैस लिए भेजी सी, एंड इन्हां दा जिहड़ा PPR रिक्वेस्ट ऑफ फरवरी 24 को हाई कमीशन ने पासपोर्ट डिमांड कर लिया कि जल्दी भेजो पासपोर्ट आपदा, तां जो असीं तुहाडा वीज़ा जिहड़ा एक ट्रैवलिंग डॉकूमेंट आ वो तुहाडे पासपोर्ट दे उत्ते स्टैंप कर दईए ते उस तो बाद तुसीं आपदे स्पाउस कोले जा सको ते आपदी अगली लाइफ नूं शुरू कर सको। नैक्सट अक्षय कुमार फरवरी 24 2022। 24 फरवरी नूं साडे कोलों इन्हां दी PPR पासपोर्ट रिक्वेस्ट हाई कमीशन ने डिमांड की है जी। 17 मार्च 2021 पिछले साल 2021 के मार्च नूं असीं इन्हां दी फाइल हाई कमीशन दे विच लॉन्च की सी। फरवरी 25 गुरदीप सिंह होना दी फरवरी 25 नूं PPR साडे तो मंगी है जी। 2 मार्च 2022 नूं साडे कोले इन्हां दी असीं फाइल लॉन्च की सी लास्ट ईयर। पाला सिंह फरवरी 22 2022। 22 फरवरी नूं पासपोर्ट रिक्वेस्ट आई है जी। 19 मार्च 2021 नूं इन्हां दी फाइल असीं लॉन्च की सी हाई कमीशन दे विच। किरपाल सिंह हुणी फरवरी 25 नूं साडे तो इन्हां दी पासपोर्ट रिक्वेस्ट हाई कमीशन ने पासपोर्ट की डिमांड की है। 17 अक्तूबर 2020 नूं इन्हां दा असीं फाइल हाई कमीशन भेजी सी। फरवरी 25 गुरभेज सिंह होना दी PPR है जी। 24 अक्तूबर 2020 नूं असीं इन्हां दी फाइल हाई कमीशन दे विच लॉन्च की सी। सैकेंड लास्ट PPR है जी करणदीप सिंह होना दी फरवरी 25 2022 नूं, एंड फाइल लॉजमेंट डेट है जी 16 मार्च 2021। लास्ट बट नॉट द लीस्ट फरवरी 25 2022 तलजिंदर सिंह होना नूं पासपोर्ट की रिक्वेस्ट हाई कमीशन वालों भेजी गई है। 16 दिसंबर 2020 नूं असीं इन्हां दी फाइल लॉन्च की सी। सो दोस्तों लाइव बहुत ज़्यादा लंबा चला जाऊगा, क्योंकि हुण जे मैं 23 मैडिकल भी कला करके दिखाउण लग गया तो विजिटर वीज़ा दीयां 18 मेरे को रिक्वेस्ट ने। मैनूं नहीं लगता इन्ना समा आपां इस लाइव सैशन दे विच गुजार सकते हैं। सो गल मुकदी ये आ कि रिजल्ट्स आ रहे हैं दोस्तों, चंगे केसां दे रिजल्ट्स आ रहे हैं। आपदे केस नूं बड़े ही सुलझे हुए तरीके दे नाल एज पर द रिक्वायरमेंट्स ऑफ हाई कमीशन, आपदे फंड्स, आपदे केस की प्रेजेंटेशन, आपदे केस की जो एक हाई कमीशन वालों एक जो
ਬਾਉਂਡਰੀ ਬਣਾਈ ਗਈ ਆ ਕਿ ਇਹਦੇ ਵਿੱਚ ਰਹਿ ਕੇ ਤੁਸੀਂ ਸਾਡੇ ਤੱਕ ਆਪਦੇ ਕਾਗਜ਼ ਭੇਜਣੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਦੇ ਕੇਸ ਨੂੰ ਲੌਂਚ ਕਰੋ। ਆਉਣ ਵਾਲਾ ਸਮਾਂ ਬੜਾ ਹੀ ਵਧੀਆ ਕੈਨੇਡਾ ਦੇ ਲਈ, ਆਉਣ ਵਾਲਾ ਟਾਈਮ ਆ ਜਿਹੜਾ ਬੜਾ ਹੀ ਖੂਬਸੂਰਤ ਟਾਈਮ ਆ। ਕੈਨੇਡਾ ਦੀ ਹਿਸਟਰੀ ਦੇ ਵਿੱਚ, ਇਮੀਗ੍ਰੇਸ਼ਨ ਹਿਸਟਰੀ ਦੇ ਵਿੱਚ ਇੰਨਾ ਵੱਡੇ ਨੰਬਰ ਦੇ ਉੱਤੇ ਵੀਜ਼ਾ ਸਟੈਂਪ ਮੈਨੂੰ ਨਹੀਂ ਲੱਗਦਾ ਕਦੇ ਹੋਏ ਹੋਣਗੇ, ਚਾਹੇ ਉਹ ਵਿਜ਼ਿਟਰ ਹੋਣ, ਚਾਹੇ ਓਪਨ ਵਰਕ ਪਰਮਿਟ ਹੋਣ, ਚਾਹੇ ਉਹ ਸਟੂਡੈਂਟ ਹੋਣ। ਜਿੱਥੋਂ ਤੱਕ ਗੱਲ ਪਰਮਾਨੈਂਟ ਰੈਜ਼ੀਡੈਂਸੀ ਦੀ ਆ ਦੋਸਤੋ, ਕੋਟਾ 4,10,000 ਕਹਿ ਦਿੰਦੇ ਨੇ, ਪਰ ਇਮੀਗ੍ਰੇਸ਼ਨ ਮਿਨਿਸਟਰ ਕਹਿੰਦਾ ਨਹੀਂ ਕੋਈ ਨਹੀਂ 4,32,000 ਕਰ ਦਿਓ, 4,40,000 ਕਰ ਦਿਓ। ਸੋ ਜੋ ਡਿਮਾਂਡ ਆ ਨਾ ਇਸ ਵਕਤ ਇਮੀਗ੍ਰੈਂਟਸ ਦੀ ਕੈਨੇਡਾ ਦੇ ਵਿੱਚ ਉਹ ਬੜੀ ਹਾਈ ਆ। ਉਹਨੂੰ ਦੇਖਦੇ ਹੋਏ ਸਭ ਤੋਂ ਵੱਡਾ ਫੋਕਸ ਕੈਨੇਡੀਅਨ ਗੌਰਮੈਂਟ ਦਾ ਪੰਜਾਬ ਦੇ ਲੋਕਾਂ ਦੇ ਉੱਤੇ ਆ। ਸਾਡਾ ਮਿਹਨਤੀ ਮਿਜ਼ਾਜ, ਸਾਡਾ ਉੱਥੇ ਜਾ ਕੇ ਘਰ ਖਰੀਦਣਾ, ਪੈਸੇ ਖਰਚਣ ਦੀ ਸਮਰੱਥਾ, ਪੈਸੇ ਕਮਾਉਣ ਦੀ ਸਮਰੱਥਾ, ਇਹ ਕੈਨੇਡੀਅਨ ਗੌਰਮੈਂਟ ਦੇ ਰੈਵਨਿਊਜ਼ ਦੇ ਵਿੱਚ ਬੜਾ ਵੱਡਾ ਹਿੱਸਾ ਪਾਉਂਦੇ ਆ। ਆਸ ਕਰਦੇ ਅਸੀਂ ਆਉਂਦੇ ਸਮੇਂ ਵਿੱਚ ਵੀ ਇਹ ਹਿੱਸਾ ਪਾਉਂਦੇ ਰਵਾਂਗੇ। ਉੱਥੋਂ ਦੇ ਬਣਾਏ ਰੂਲਸ ਐਂਡ ਰੈਗੂਲੇਸ਼ਨਸ ਦੇ ਮੱਦੇਨਜ਼ਰ ਅਸੀਂ ਫੋਕਸਡ ਹੋ ਕੇ ਕੰਮ ਕਰਾਂਗੇ। ਅਸੀਂ ਧਿਆਨ ਰੱਖਾਂਗੇ ਕਿ ਜਿਸ ਮੁਲਕ ਨੇ ਸਾਨੂੰ ਇੰਨੀ ਇੱਜ਼ਤ ਬਖਸ਼ੀ ਆ ਅਸੀਂ ਵੀ ਉਹਦਾ ਮਾਣ ਤਾਣ ਉਵੇਂ ਹੀ ਬਣਾਈ ਰੱਖੀਏ। ਇੰਨਾ ਕਹਿੰਦਾ ਖਿਮਾ ਦਾ ਜੱਜ ਕਹਿੰਦਾ ਦੋਸਤੋ, ਧੰਨਵਾਦ।